कोई साल ऐसा नहीं ਜਦੋਂ ਸਿਮਰਜੀਤ ਬੈਂਸ ਦੇ ਉੱਤੇ ਵਿਰੋਧੀ ਦੋਨੋਂ ਰਵਾਇਤੀ ਪਾਰਟੀਆਂ ਦੇ ਲੀਡਰਸ ਨੇ ਕੋਈ ਮਰਿਆ ਸੱਪ ਗਲ 'ਚ ਪਾਉਣ ਦਾ ਯਤਨ ਨਾ ਕੀਤਾ ਹੋਵੇ। 18-20 ਸਾਲਾਂ ਦੇ ਅਰਸੇ ਦੇ ਵਿੱਚ ਤੁਸੀਂ ਗਵਾਹ ਬੈਠੇ ਹੋ, ਕੋਈ ਸਾਲ ਇਦਾਂ ਦਾ ਨਹੀਂ ਲੰਘਿਆ ਜਦੋਂ ਕੋਈ ਕਾਟੋ ਕਲੇਸ਼ ਮੇਰੇ ਗਲ ਮੜਨ ਦਾ ਯਤਨ ਨਾ ਕੀਤਾ ਗਿਆ ਹੋਵੇ। ਮੈਨੂੰ ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨ ਜਾਇਦਾਦਾਂ ਤੇ ਕਬਜ਼ੇ ਕਰਨ ਵਾਲਾ, ਟੈਕਸ ਚੋਰ, रेपिस्ट, बलात्कारी, केड़ी चीज जिहड़ी इन्हां ने नहीं कीती, रीजन बिहाइंड की हैगा। ये कहां कि ये लीडर्स नहीं, मर्द नहीं, ये दलालां वाले भेस दे विच आ गए, दल्लियां वाले काम करन लग गए। उस लेडी टीचर परमजीत कौर जिहड़ी कि मेरे अरसे तो वाकफ हैगे आ, मैं ये कह दियां कि मैं अपने परिवार के मैंबरां नालों वध, भैणां तो वध के उहदा रिस्पैक्ट ते सत्कार कीता। ਉਹਦੀ ਬੇਟੀ, ਉਹਦਾ ਬਰਥਡੇ ਆ ਤੇ ਉਹ ਐਸੇ ਆਫਿਸ ਦੇ ਵਿੱਚ ਇੱਥੇ ਲਿਆ ਕੇ ਕੇਕ ਕੱਟਦੀ ਆ। ਗੱਲ ਚੁਬਨ ਕਿੱਥੇ ਹੈਗੀ ਆ ਕਿ ਬੈਂਸ ਦੋਨੋਂ ਭਰਾ ਦਿਨ ਦੇ ਵਿੱਚ 8-9 ਘੰਟੇ ਬੈਠ ਕੇ ਸੰਗਤ ਦੀ ਸੇਵਾ ਕਰਦੇ। ਇਹਨਾਂ ਨੇ ਪੁਰਾਣੇ ਤਜਰਬੇ ਦੇ ਵਿੱਚੋਂ, ਪੁਰਾਣੇ ਐਕਸਪੀਰੀਅੰਸ ਦੇ ਵਿੱਚੋਂ, ਬੀਬੀ ਗੁਰਦੀਪ ਕੌਰ ਵਾਲੇ ਐਕਸਪੀਰੀਅੰਸ ਦੇ ਵਿੱਚੋਂ ਇਹਨਾਂ ਨੇ ਦੇਖਿਆ ਕਿ ਗੱਲ ਤਾਂ ਸਿਰੇ ਚੜੀ ਨਹੀਂ, ਕਮੀਆਂ ਕਿੱਥੇ ਰਹਿ ਗਈਆਂ। ਬੀਬੀ ਗੁਰਦੀਪ ਕੌਰ ਦੀ ਦਰਖਾਸਤ ਤੇ ਉਹਦੇ ਸਬੂਤਾਂ ਪ੍ਰੂਫਾਂ ਦੇ ਵਿੱਚ ਕਮੀਆਂ ਕਿੱਥੇ ਸੀ? ਉਹ ਕਮੀਆਂ ਨੂੰ ਦੂਰ ਕਰਨ ਦਾ ਯਤਨ ਟਾਰਗੇਟ ਕੀਤੀ ਟੀਚਰ ਪਰਮਜੀਤ ਕੌਰ। ਟੀਚਰ ਪਰਮਜੀਤ ਕੌਰ ਦੇ ਵਿੱਚ ਉਹ ਖਾਮੀਆਂ ਤੇ ਕਮੀਆਂ, ਉਹ ਸਬੂਤ ਤੇ ਪ੍ਰੂਫ ਜਿਹੜੇ ਗੁਰਦੀਪ ਕੌਰ ਕੋਲੇ ਨਹੀਂ ਬਣਾ ਸਕੇ। ਇਹਨਾਂ ਨੂੰ ਤਾਂ ਸੀਗਾ ਵੀ ਬੈਂਸ ਦੇ ਉੱਤੇ ਦਿੱਤੀ ਦਰਖਾਸਤ ਠਾ ਕਰਦਾ ਮੁਕੱਦਮਾ ਦਰਜ ਹੋ ਜਾਣਾ। कुदरत बड़ी बेअंत है दोस्तों, कुदरत बड़ी बेअंत है। मेरे कोले कुछ नहीं हैगा, मेरे कोले मातड़ मिडिल क्लास गरीब रेड़ा रिक्शा चलाउण वाला दिहाड़ीदार मजदूर दीयां दुआवां मेरे कोले आ। उन्हां दुआवां दे कवच सदका जिहड़ा मरिया सप मेरे गल पाउण लगदा ते कुदरत दुध दा दुध ते पानी दा पानी करदी। जिहड़े अज संगीन बलात्कार दे इल्जाम मेरे ते लाए जा रहे आ, झूठे बेबुनियाद, मैं बाल बच्चेदार आ, मेरी बेटी दे बेटा लॉ करते हैं, किसी दे उत्ते इस तरीके दे झूठे ब्लेम ला देने, इल्जाम ला देने, वो किन्नी क मानसिक पीड़ा चो गुजरदा होऊगा, ओहदे उत्ते किन्ना बर्डन, किन्ना तनाव होऊगा अपने बेटा बेटी, भरजाइयां, मां भैन दे सामने फेस करन दा। उन्हां नूं विधान सभा 2022 हजे 6-7 महीने बाकी आ, होर भी बड़ा कुछ करना इन्हां ने। ਪੰਜਾਬ ਦੀ ਸਿਆਸਤ ਵਿੱਚ ਅੱਜ ਤੜਕੇ ਹੀ ਉਸ ਸਮੇਂ ਵੱਡਾ ਧਮਾਕਾ ਹੋ ਗਿਆ ਜਦੋਂ ਇੱਕ ਔਰਤ ਵੱਲੋਂ ਸਿਮਰਜੀਤ ਸਿੰਘ ਬੈਂਸ ਉੱਪਰ ਉਸ ਦਾ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਗਏ। ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਭੇਜੀ ਹੈ, ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਖਿਲਾਫ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਸੀ। ਇਸ ਦੌਰਾਨ ਹੁਣ ਸਿਮਰਜੀਤ ਸਿੰਘ ਬੈਂਸ ਨੇ ਔਰਤ ਵੱਲੋਂ ਲਾਏ ਬਲਾਤਕਾਰ ਦੇ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਬੈਂਸ ਦਾ ਇਲਜ਼ਾਮ ਹੈ ਕਿ ਇਹ ਸਭ ਕੁਝ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰ ਉਹਨਾਂ ਨੂੰ ਬਦਨਾਮ ਕਰਨ ਲਈ ਕਰ ਰਹੇ ਨੇ। ਬੈਂਸ ਨੇ ਇਸ ਦੌਰਾਨ ਕਾਂਗਰਸੀ ਅਤੇ ਅਕਾਲੀ ਦਲ ਦੇ ਲੀਡਰਾਂ ਨੂੰ ਦੱਲੇ ਕਹਿ ਕੇ ਵੀ ਸੰਬੋਧਨ ਕੀਤਾ ਹੈ। ਮੇਰਾ ਰਾਜਨੀਤਿਕ ਸਫ਼ਰ 2002 ਤੋਂ ਸਟਾਰਟ ਹੋ ਕੇ 2021 ਤਕਰੀਬਨ 18-20 ਸਾਲ ਦਾ ਅਰਸਾ ਹੋ ਗਿਆ। ਤੁਸੀਂ ਇਸ ਗੱਲ ਦੇ ਚਸ਼ਮਦੀਦ ਗਵਾਹ ਬੈਠੇ ਹੋ ਸਾਰੇ, ਕਿਉਂਕਿ ਤੁਸੀਂ ਲੁਧਿਆਣੇ ਦੇ ਪੱਤਰਕਾਰ ਦੋਸਤ ਹੋ। ਕੋਈ ਸਾਲ ਐਸਾ ਨਹੀਂ ਜਦੋਂ ਸਿਮਰਜੀਤ ਬੈਂਸ ਦੇ ਉੱਤੇ ਵਿਰੋਧੀ ਦੋਨੋਂ ਰਵਾਇਤੀ ਪਾਰਟੀਆਂ ਦੇ ਲੀਡਰਸ ਨੇ ਕੋਈ ਮਰਿਆ ਸੱਪ ਗਲ 'ਚ ਪਾਉਣ ਦਾ ਯਤਨ ਨਾ ਕੀਤਾ ਹੋਵੇ। ਇਮਾਨਦਾਰੀ ਨਾਲ ਰਾਜਨੀਤੀ ਕਰਨੀ, ਓਨੈਸਟੀ ਦੇ ਨਾਲ ਲੋਕਾਂ ਨੂੰ ਸਰਵ ਕਰਨਾ, ਕਰਪਸ਼ਨ ਦੇ ਖਿਲਾਫ ਕੱਲੇ ਅਖਬਾਰੀ ਬਿਆਨ ਨਹੀਂ, ਮੀਡੀਆ ਤੱਕ ਸੀਮਤ ਨਹੀਂ, ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ, ਚਾਹੇ ਉਹ ਛੋਟਾ ਅਧਿਕਾਰੀ ਹੈ ਤੇ ਚਾਹੇ ਉਹ ਟਾਪ ਕਲਾਸ ਹੈਗਾ, ਉਸ ਕਰਪਟ ਅਧਿਕਾਰੀ ਦੇ ਵਰਖਲਾਫ ਸੰਘਰਸ਼ਮਈ ਤਰੀਕੇ ਦੇ ਨਾਲ ਉਹਦਾ ਐਕਸਪੋਜ਼ਰ, ਪੰਜਾਬ ਦੇ ਅੰਦਰੋਂ ਲੂਟ ਮਾਫੀਆ ਦੇ ਖਿਲਾਫ ਗਰਾਊਂਡ ਜ਼ੀਰੋ ਦੇ ਉੱਤੇ ਸਟਰਗਲ ਤੇ ਸੰਘਰਸ਼। ਸੋ ਇਹ ਵਿਰੋਧੀ ਪਾਰਟੀਆਂ ਨੂੰ ਹਜਮ ਨਹੀਂ ਆਉਂਦਾ। ਸੋ ਇਹਨਾਂ 18-20 ਸਾਲਾਂ ਦੇ ਅਰਸੇ ਦੇ ਵਿੱਚ ਤੁਸੀਂ ਗਵਾਹ ਬੈਠੇ ਹੋ, ਕੋਈ ਸਾਲ ਇਦਾਂ ਦਾ ਨਹੀਂ ਲੰਘਿਆ ਜਦੋਂ ਕੋਈ ਕਾਟੋ ਕਲੇਸ਼ ਮੇਰੇ ਗਲ ਮੜਨ ਦਾ ਯਤਨ ਨਾ ਕੀਤਾ ਗਿਆ ਹੋਵੇ। ਮੈਨੂੰ ਬਿਜਲੀ ਚੋਰ, ਚਿੱਟਾ ਵੇਚਣ ਵਾਲਾ, ਜ਼ਮੀਨ ਜਾਇਦਾਦਾਂ ਤੇ ਕਬਜ਼ੇ ਕਰਨ ਵਾਲਾ, ਟੈਕਸ ਚੋਰ, रेपिस्ट, बलात्कारी,
ਕਿਹੜੀ ਚੀਜ਼ ਜਿਹੜੀ ਇਹਨਾਂ ਨੇ ਨਹੀਂ ਕੀਤੀ, ਰੀਜ਼ਨ ਬਿਹਾਈਂਡ ਕੀ ਹੈਗਾ। ਦੋਸਤੋ, ਆਪਣੇ ਦੇਸ਼ ਦੇ ਅੰਦਰ, ਆਪਣੀ ਸਟੇਟ ਪੰਜਾਬ ਦੇ ਅੰਦਰ ਮੇਰੇ ਨਾਲੋਂ ਵੱਧ ਜਾਣਕਾਰੀ ਤੁਹਾਡੇ ਕੋਲ ਹੈ। ਟੈਸਟ ਦੇ ਉੱਤੇ ਦੱਸ ਦਿਓ ਕਿ ਸਾਫ਼ ਸੁਥਰੇ ਚਰਿੱਤਰ ਵਾਲੇ ਓਨੈਸਟ ਲੀਡਰਸ ਕਿੰਨੇ ਕਿਆ, ਜਿਹੜੇ ਕਾਂਗਰਸ ਤੇ ਅਕਾਲੀਆਂ ਦੇ ਸੰਗ ਨਹੀਂ ਉਤਰਦੇ। ਉਹਨਾਂ ਨੇ ਬਾਰ-ਬਾਰ ਇਹ ਕਹਾਂ ਕਿ ਲੰਬੇ ਅਰਸੇ ਤੋਂ 18 ਸਾਲ ਦੇ ਸਮੇਂ ਤੋਂ ਆਪਣੇ ਕੈਂਡੀਡੇਟਾਂ ਦੀ ਬਾਰ-ਬਾਰ ਹਾਰ, ਉਸ ਹਾਰ ਦੇ ਵਿੱਚ ਉਹ ਬੁਖਲਾਹਟ, ਤੇ ਹੁਣ ਇਹ ਦੋਨੋਂ ਅਕਾਲੀ ਦਲ ਤੇ ਕਾਂਗਰਸ ਦੇ ਨਕਾਰਾ ਹੋ ਚੁੱਕੇ ਲੀਡਰ, ਜਿਹੜੇ ਮਰਦ ਨਹੀਂ ਰਹੇ। ਮਰਦ ਕਹਿੰਦਾ ਕਿ ਮੈਂ ਸੰਗਤ ਦੀ ਕਚਹਿਰੀ, ਵੋਟਰ ਦੀ ਕਚਹਿਰੀ ਦੇ ਵਿੱਚ ਜਾ ਕੇ ਮੁਕਾਬਲਾ ਕਰੂੰਗਾ। ਇਹ ਹੁਣ ਝੂਠੇ, ਬੇਬੁਨਿਆਦ, ਇਹ ਕਹਾਂ ਕਿ ਇਹ ਲੀਡਰਸ ਨਹੀਂ, ਮਰਦ ਨਹੀਂ, ਇਹ ਦਲਾਲਾਂ ਵਾਲੇ ਭੇਸ ਦੇ ਵਿੱਚ ਆ ਗਏ, ਦੱਲਿਆਂ ਵਾਲੇ ਕੰਮ ਕਰਨ ਲੱਗ ਗਏ। ਸੋ ਅੱਜ ਮੈਂ ਤੁਹਾਡੇ ਸਨਮੁਖ ਇਸ ਕਰਕੇ ਪੇਸ਼ ਹੋਇਆ ਕਿ ਤੁਸੀਂ ਮੈਨੂੰ ਬਾਰ-ਬਾਰ ਫੋਨ ਕਰੋ, ਮੈਂ ਬਾਰ-ਬਾਰ ਤੁਹਾਡੀਆਂ ਗੱਲਾਂ ਦੇ ਰਿਪਲਾਈ ਕਰਾਂ। ਸਾਰੇ ਆਓ, ਤੁਹਾਡੇ ਜਿਹਨ ਦੇ ਵਿੱਚ ਜਿਹੜੇ ਸਵਾਲ ਹੈਗੇ ਆ, ਇਸ ਨਵੀਂ ਕੰਪਲੇਂਟ ਤੋਂ ਬਾਅਦ ਸੁਭਾਵਿਕ ਤੌਰ ਤੇ ਤੁਹਾਡੇ ਕੋਲੇ ਸਵਾਲ ਲੋਕ ਤੁਹਾਨੂੰ ਪੁੱਛਦੇ ਆ, ਤੁਸੀਂ ਸਾਰੇ ਸਵਾਲ ਮੇਰੇ ਤੋਂ ਕਰੋ, ਮੈਂ ਤੁਹਾਨੂੰ ਜਵਾਬ ਦੇ ਕੇ ਜਾਵਾਂ ਕੱਲੇ-ਕੱਲੇ ਤੁਹਾਡੇ ਸਵਾਲ ਦਾ। ਇਮਾਨਦਾਰੀ ਦੇ ਨਾਲ ਰਾਜਨੀਤਿਕ ਸੇਵਾ ਦਾ ਸਫ਼ਰ, ਓਨੈਸਟੀ ਦੇ ਨਾਲ ਲੋਕਾਂ ਦੀ ਸੇਵਾ, ਕਰਪਸ਼ਨ ਦੇ ਖਿਲਾਫ ਸਟਰਗਲ, ਲੁੱਟ ਮਾਫੀਆ ਦੇ ਖਿਲਾਫ ਸਟਰਗਲ, ਇਹ ਸ਼ਾਇਦ ਕੁਦਰਤ ਨੇ ਮੈਨੂੰ ਜਰੀਆ ਬਣਾਇਆ, ਮੇਰੀ ਔਕਾਤ ਨਹੀਂ। ਮੈਂ ਉਸ ਪਾਰਟੀ ਦਾ ਵਿਧਾਇਕ ਹਾਂ ਜਿੱਥੇ ਸਿਰਫ 2 MLA ਹੈਗੇ ਆ। ਮੇਰੀ ਔਕਾਤ ਨਹੀਂ, 2 MLAਆਂ ਦੀ ਔਕਾਤ ਨਹੀਂ ਕਿ ਇਸ ਸਮੇਂ ਦੇ ਹੁਕਮਰਾਨ ਲੋਕਾਂ ਦਾ, ਚਾਹੇ ਉਹ 10 ਸਾਲ ਬਾਦਲ, ਤੇ ਚਾਹੇ ਉਹ 5 ਸਾਲ ਕਾਂਗਰਸ, ਤੇ ਚਾਹੇ ਉਹ ਆਲਾ ਬਿਊਰੋਕ੍ਰੇਸੀ ਹੋਵੇ, ਅਫਸਰਸ਼ਾਹੀ ਹੋਵੇ, ਕਿ ਅਸੀਂ ਉਹਨਾਂ ਦਾ ਟਾਕਰਾ ਕਰ ਸਕੀਏ। ਸਾਡੇ ਕੋਲੇ ਟੌਨਕ ਲੋਕਾਂ ਦੀਆਂ ਦੁਆਵਾਂ ਤੇ ਹੱਲਾਸ਼ੇਰੀਆਂ ਦਾ ਟੌਨਕ ਹੈ। ਮੈਂ ਜੇ ਵੀ ਜ਼ਿਕਰ ਕਰਨਾ ਚਾਹੂੰਗਾ ਕਿ ਮੈਂ ਬੇਕਸੂਰ ਹੁੰਦੇ ਹੋਏ ਉਹ ਮਸਲਾ ਜਿਹੜਾ ਤਹਿਸੀਲਦਾਰ ਮਾਰਕੁੱਟ ਨਾਲ ਸੰਬੰਧਿਤ ਸੀਗਾ, ਜਿਹਦੇ ਵਿੱਚ ਮੈਨੂੰ ਫਾਲਸ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਗਿਆ, ਮੈਂ 10 ਮਹੀਨੇ ਤੇ 9 ਦਿਨ ਬੇਕਸੂਰ ਹੋ ਕੇ ਜੇਲ੍ਹ ਕੱਟ ਕੇ ਆਇਆ। ਮੈਨੂੰ CBI ਨੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕੀਤੀ ਜਾਂਚ ਪੜਤਾਲ ਦੇ ਵਿੱਚ ਮੈਨੂੰ ਕਲੀਨ ਚਿੱਟ ਦਿੱਤੀ। ਸਿਮਰਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਉਹ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਨੂੰ ਆਪਣੀਆਂ ਭੈਣਾਂ ਤੋਂ ਵੱਧ ਕੇ ਮੰਨਦੇ ਸੀ ਅਤੇ ਉਸ ਦੇ ਬੱਚੇ ਤੱਕ ਵੀ ਉਹਨਾਂ ਦੇ ਚੰਗੀ ਤਰ੍ਹਾਂ ਵਾਕਿਫ ਨੇ। ਬੈਂਸ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਤੇ ਕਾਂਗਰਸ ਨੇ ਪਿਛਲੇ ਇਲਜ਼ਾਮਾਂ ਨੂੰ ਦੇਖਦਿਆਂ ਹੀ ਇਸ ਔਰਤ ਨੂੰ ਵੀ ਜਾਣਬੁੱਝ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਭੇਜਿਆ। ਉਸ ਲੇਡੀ ਟੀਚਰ ਪਰਮਜੀਤ ਕੌਰ, ਜਿਹੜੀ ਕਿ ਮੇਰੇ ਅਰਸੇ ਤੋਂ ਵਾਕਫ ਹੈਗੇ ਆ, ਮੈਂ ਇਹ ਕਹਿ ਦਿਆਂ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲੋਂ ਵੱਧ, ਭੈਣਾਂ ਤੋਂ ਵੱਧ ਕੇ ਉਹਦਾ ਰਿਸਪੈਕਟ ਤੇ ਸਤਿਕਾਰ ਕੀਤਾ। ਉਹਦੀ ਬੇਟੀ, ਉਹਦਾ ਬਰਥਡੇ ਆ ਤੇ ਉਹ ਐਸੇ ਆਫਿਸ ਦੇ ਵਿੱਚ ਇੱਥੇ ਲਿਆ ਕੇ ਕੇਕ ਕੱਟਦੀ ਆ। ਹੁਣ ਉਹ ਅਬਰੋਡ ਸਟੱਡੀ ਵਾਸਤੇ ਚਲੀ ਗਈ। ਮੈਂ ਗੱਲਾਂ ਤਾਂ ਦੱਸਦਾ ਕਿਉਂਕਿ ਤੁਸੀਂ ਸਵਾਲਾਤ ਕਰਨੇ ਆ। ਉਹ ਇੱਥੇ ਲਿਆ ਕੇ, ਮੇਰਾ ਸਟਾਫ ਤੇ ਮੇਰੇ ਸਾਥੀ ਸਾਰੇ ਇਸ ਗੱਲ ਦੀ ਜਾਣਕਾਰੀ ਰੱਖਦੇ ਆ। ਜੇ ਉਹ ਸਤਿਕਾਰਯੋਗ ਟੀਚਰ ਨੇ ਕੋਈ ਐਕਸ ਇੰਡੀਆ ਲੀਵ, ਕਿਉਂਕਿ ਉਹਦਾ ਬੇਟਾ ਵੀ ਵਿਦੇਸ਼ ਦੇ ਵਿੱਚ ਸਟੱਡੀ ਕਰਦਾ ਤੇ ਬੇਟੀ ਵੀ ਸਟੱਡੀ ਕਰਦੀ ਹੈ, ਜੇ ਐਕਸ ਇੰਡੀਆ ਲੀਵ ਵਾਸਤੇ ਜਾਣਾ, ਮੇਰੇ ਦਫ਼ਤਰ ਦੇ ਦਰਵਾਜ਼ੇ ਖੁੱਲੇ ਆ। ਮੇਰੇ PS ਸਰਦਾਰ ਜਸਵਿੰਦਰ ਸਿੰਘ ਖਾਲਸਾ ਆਪਣੀ ਗੱਡੀ 'ਚ ਜਾ ਕੇ ਐਮਰਜੈਂਸੀ ਸਿੱਖਿਆ ਸਕੱਤਰ ਤੋਂ ਐਕਸ ਇੰਡੀਆ ਲੀਵ ਵੀ ਗ੍ਰਾਂਟ ਕਰਾ ਕੇ ਲਿਆਉਂਦੇ ਆ। ਹੁਣ ਉਹ ਮੈਸੇਜ, ਉਹ ਦਰਖਾਸਤ ਜਿਹੜੀ ਕੱਲ ਪੁਲਿਸ ਕਮਿਸ਼ਨਰ ਨੇ ਦਿੱਤੀ ਆ, ਮੇਰੇ ਤੋਂ ਬਾਅਦ 'ਚ ਮੈਂ ਤੁਹਾਨੂੰ ਹਜੇ ਹੋਰ ਐਲੈਬੋਰੇਟ ਕਰਨਾ। ਜਿਹੜੇ ਮੈਸੇਜ ਆਏ, ਦੋਸਤ ਸਨੀ ਹੋਰਾਂ ਨੇ ਤੁਹਾਡੇ ਵਿੱਚੋਂ ਕਈ ਸਾਥੀਆਂ ਦੇ ਨਾਲ ਚੈਟਿੰਗ ਕੀਤੀ ਆ, ਤੁਸੀਂ ਨਹੀਂ ਕੀਤੀ। ਤੁਸੀਂ ਪੱਤਰਕਾਰ ਦੋਸਤੋ ਸਨੀ ਦੇ ਨਾਲ ਚੈਟਿੰਗ ਨਹੀਂ ਕੀਤੀ, ਅੱਜ ਦੀ ਆ, ਪਿਛਲੇ ਦਿਨਾਂ ਦੀ ਆ। ਤੁਸੀਂ ਕੋਈ ਕਾਲ ਨਹੀਂ ਕੀਤੀ ਸਨੀ ਨੂੰ, WhatsApp ਕਾਲ। ਉਹ ਤੁਹਾਨੂੰ ਰਿਕਾਰਡ ਸਨੀ ਦਿਖਾਊਗਾ ਵੀ ਇਹ ਕਿਹੜੇ ਤਰੀਕੇ ਦੇ ਨਾਲ ਕਿਸੇ ਨੂੰ ਡੀਫੇਮ ਕਰਨ ਵਾਸਤੇ, ਕਿਸੇ ਦੇ ਕੰਮ ਦਾ ਮੁਕਾਬਲਾ ਨਾ ਕਰ ਸਕਣ ਕਾਰਨ ਕਿਹੜੇ ਤਰੀਕੇ ਦੇ ਨਾਲ ਘਟੀਆ ਹੱਥਕੰਡੇ ਅਪਣਾਏ ਜਾਂਦੇ ਆ। ਸੋ ਔਰਤ ਜਿਹਨੇ ਕੱਲ ਦਰਖਾਸਤ ਦਿੱਤੀ ਆ, ਉਹ ਮੇਰੇ ਉੱਤੇ 2 ਐਲੀਗੇਸ਼ਨ ਲਾਉਂਦੀ ਹੈ। ਪਹਿਲਾ ਐਲੀਗੇਸ਼ਨ ਹੈਗਾ ਕਿ ਮੈਂ ਫਾਰਮ ਹਾਊਸ, ਬੈਂਸ ਦੇ ਫਾਰਮ ਹਾਊਸ ਗਈ। ਉਹ ਤਕਰੀਬਨ 7-8 ਸਾਲ ਪਹਿਲਾਂ ਮੈਂ ਸ਼ਾਮ ਨੂੰ, ਮੇਰਾ ਫਾਰਮ ਹਾਊਸ ਬਣ ਰਿਹਾ, ਅੰਡਰ ਕੰਸਟਰਕਸ਼ਨ ਹੈਗਾ ਉਦੋਂ। ਉਹ ਜਦੋਂ ਮੈਂ ਫਾਰਮ ਹਾਊਸ ਵਾਲੀ ਸੜਕ ਤੇ ਜਾਣਾ ਤੇ ਇੱਕ ਗੱਡੀ
ਦੋ ਇਸ ਪਰਮਜੀਤ ਟੀਚਰ ਦੇ ਨਾਲ ਦੋ ਮੇਲ ਪਰਸਨ ਆ। ਉਹ ਗੱਡੀ ਸਾਡੇ ਮਗਰ ਆ ਕੇ, ਜਦੋਂ ਗੇਟ ਤੇ ਮੇਰੀਆਂ ਗੱਡੀਆਂ ਰੁਕਦੀਆਂ ਤੇ ਮਗਰ ਆ ਕੇ ਰੁਕਦੀ, ਮੇਰਾ ਡਰਾਈਵਰ ਕਹਿੰਦਾ ਜੀ ਗੱਡੀ ਆਪਣੇ ਪਿੱਛੇ ਆਈ ਆ। ਇਹ ਬਾਹਰ ਨਿਕਲਦੇ ਮੈਂ ਦੇਖਦਾ ਕਿ ਟੀਚਰ ਪਰਮਜੀਤ ਆ, ਸਤਿ ਸ੍ਰੀ ਅਕਾਲ, ਫਤਿਹ ਹੋਈ। ਦੋਨੋਂ ਮੇਲ ਮੈਂਬਰ ਤੇ ਟੀਚਰ ਪਰਮਜੀਤ ਕੌਰ, ਮੇਰਾ ਖਿਆਲ ਸਾਡੇ ਫਾਰਮ ਹਾਊਸ ਬਣ ਰਿਹਾ ਸੀ, ਕੋਈ ਪ੍ਰਬੰਧ ਨਹੀਂ ਸੀ ਉੱਥੇ ਬੈਠਣ ਦਾ ਜਾਂ ਚਾਹ ਪਾਣੀ ਕਰਨ ਦਾ। ਗਿਣਤੀ ਦੇ 8 ਜਾਂ 10 ਮਿੰਟ ਉੱਥੇ ਇਹਨਾਂ ਨੇ ਖੜ ਕੇ ਮੇਰੇ ਨਾਲ ਗੱਲ ਕੀਤੀ ਕਿ ਅਸੀਂ ਕੋਈ ਪਲਾਟ ਦੇਖਣ ਵਾਸਤੇ ਆਏ ਆ। ਮੈਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਤਰੀਕੇ ਨਾਲ ਜਿਹੜਾ ਪਲਾਟ ਪਸੰਦ ਆਊਗਾ ਕਲੋਨਾਈਜ਼ਰ ਦੇ ਨਾਲ ਨੈਗੋਸ਼ੀਏਟ ਕਰਕੇ ਘੱਟ ਕਰ ਲਿਓ। ਜਦੋਂ ਫਾਈਨਲ ਕਰਾਂਗੇ ਉਸ ਤੋਂ ਪਹਿਲਾਂ ਮੈਨੂੰ ਫੋਨ ਕਰ ਲਿਓ, 100-200 ਰੁਪਇਆ ਗਜ ਮੈਂ ਹੋਰ ਘੱਟ ਕਰਾ ਦੂੰਗਾ। ਦੂਸਰਾ ਐਲੀਗੇਸ਼ਨ ਉਹੀ ਕਹਾਣੀ ਜਿਹੜੀ ਗੁਰਦੀਪ ਕੌਰ ਕੋਲੋਂ ਦੁਹਰਾਈ ਜਾਂਦੀ ਹੈ। ਗੱਲ ਚੁਭਨ ਕਿੱਥੇ ਹੈਗੀ ਆ ਕਿ ਬੈਂਸ ਦੋਨੋਂ ਭਰਾ ਦਿਨ ਦੇ ਵਿੱਚ 8-9 ਘੰਟੇ ਬੈਠ ਕੇ ਸੰਗਤ ਦੀ ਸੇਵਾ ਕਰਦੇ ਆ। ਡੀਫੇਮ ਕਿਵੇਂ ਕਰਨਾ ਉਸ ਦਫ਼ਤਰ ਨੂੰ, ਬਿਲਕੁਲ ਉਸੇ ਪੈਟਰਨ ਦੇ ਉੱਤੇ। ਦੂਸਰਾ ਇਨਸੀਡੈਂਟ ਦਫ਼ਤਰ ਦਾ, ਮੈਨੂੰ ਮਾਨਸਿਕ ਤੇ ਸਰੀਰਕ ਜਿਹੜੇ ਆ ਮੇਰਾ ਸ਼ੋਸ਼ਣ ਕੀਤਾ ਗਿਆ, ਤਸੀਹੇ ਦਿੱਤੇ ਆ ਮੈਨੂੰ। ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਕਿ ਇਹਨਾਂ ਨੇ ਪੁਰਾਣੇ ਤਜਰਬੇ ਦੇ ਵਿੱਚੋਂ, ਪੁਰਾਣੇ ਐਕਸਪੀਰੀਅੰਸ ਦੇ ਵਿੱਚੋਂ, ਬੀਬੀ ਗੁਰਦੀਪ ਕੌਰ ਵਾਲੇ ਐਕਸਪੀਰੀਅੰਸ ਦੇ ਵਿੱਚੋਂ ਇਹਨਾਂ ਨੇ ਦੇਖਿਆ ਕਿ ਗੱਲ ਤਾਂ ਸਿਰੇ ਚੜੀ ਨਹੀਂ, ਕਮੀਆਂ ਕਿੱਥੇ ਰਹਿ ਗਈਆਂ। ਬੀਬੀ ਗੁਰਦੀਪ ਕੌਰ ਦੀ ਦਰਖਾਸਤ ਤੇ ਉਹਦੇ ਸਬੂਤਾਂ ਪ੍ਰੂਫਾਂ ਦੇ ਵਿੱਚ ਕਮੀਆਂ ਕਿੱਥੇ ਸੀ? ਉਹ ਕਮੀਆਂ ਨੂੰ ਦੂਰ ਕਰਨ ਦਾ ਯਤਨ ਟਾਰਗੇਟ ਕੀਤੀ ਟੀਚਰ ਪਰਮਜੀਤ ਕੌਰ। ਟੀਚਰ ਪਰਮਜੀਤ ਕੌਰ ਦੇ ਵਿੱਚ ਉਹ ਖਾਮੀਆਂ ਤੇ ਕਮੀਆਂ, ਉਹ ਸਬੂਤ ਤੇ ਪ੍ਰੂਫ ਜਿਹੜੇ ਗੁਰਦੀਪ ਕੌਰ ਕੋਲੇ ਨਹੀਂ ਬਣਾ ਸਕੇ। ਇਹਨਾਂ ਨੂੰ ਤਾਂ ਸੀਗਾ ਵੀ ਬੈਂਸ ਦੇ ਉੱਤੇ ਦਿੱਤੀ ਦਰਖਾਸਤ, ਠਾ ਕਰਦਾ ਮੁਕੱਦਮਾ ਦਰਜ ਹੋ ਜਾਣਾ। ਕੁਦਰਤ ਬੜੀ ਬਿਆਨਤ ਹੈ ਦੋਸਤੋ, ਕੁਦਰਤ ਬੜੀ ਬਿਆਨਤ ਹੈ। ਮੇਰੇ ਕੋਲੇ ਕੁਝ ਨਹੀਂ ਹੈਗਾ, ਮੇਰੇ ਕੋਲੇ ਮਾਤੜ ਮਿਡਲ ਕਲਾਸ ਗਰੀਬ ਰੇੜਾ ਰਿਕਸ਼ਾ ਚਲਾਉਣ ਵਾਲਾ ਦਿਹਾੜੀਦਾਰ ਮਜ਼ਦੂਰ ਦੀਆਂ ਦੁਆਵਾਂ ਮੇਰੇ ਕੋਲੇ ਆ। ਉਹਨਾਂ ਦੁਆਵਾਂ ਦੇ ਕਵਚ ਸਦਕਾ ਜਿਹੜਾ ਮਰਿਆ ਸੱਪ ਮੇਰੇ ਗਲ ਪਾਉਣ ਲੱਗਦਾ ਤੇ ਕੁਦਰਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ। ਸਿਮਰਜੀਤ ਸਿੰਘ ਬੈਂਸ ਦਾ ਦੋਸ਼ ਹੈ ਕਿ ਵਿਧਾਨ ਸਭਾ ਚੋਣਾਂ ਜਿਵੇਂ ਨੇੜੇ ਆਉਂਦੀਆਂ ਜਾਣਗੀਆਂ ਉਵੇਂ ਹੀ ਉਹਨਾਂ ਤੇ ਇਹ ਇਲਜ਼ਾਮ ਵਧਦੇ ਜਾਣਗੇ। ਬੈਂਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਬਲਾਤਕਾਰ ਦੇ ਇਲਜ਼ਾਮ ਵਾਂਗੂ ਉਹ ਜਲਦੀ ਇਸ ਕੇਸ ਦੀ ਸੱਚਾਈ ਵੀ ਸਭ ਦੇ ਸਾਹਮਣੇ ਲੈ ਕੇ ਆਉਣਗੇ। ਤੁਸੀਂ ਥੋੜਾ ਸਮਾਂ ਰੁਕ ਜਾਓ ਦੋਸਤੋ, ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਏਗਾ ਲਾਜ਼ਮੀ। ਜਿੱਦਣ ਇਹਨਾਂ ਦੇ ਮਨੋਰਥ, ਕਾਲੀ ਤੇ ਕਾਂਗਰਸ ਦੇ ਚੱਲੇ ਕਾਰਤੂਸ ਨੇਤਾਵਾਂ ਦੇ ਮਨੋਰਥ ਪੂਰੇ ਹੋ ਗਏ, ਇਹੀ ਔਰਤਾਂ ਤੁਹਾਨੂੰ ਆ ਕੇ ਸੱਚਾਈ ਬਿਆਨ ਕਰਨਗੀਆਂ ਕਿ ਸੱਚਾਈ ਕੀ ਸੀਗੀ। ਜਿਹੜੇ ਅੱਜ ਸੰਗੀਨ ਬਲਾਤਕਾਰ ਦੇ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਆ, ਝੂਠੇ ਬੇਬੁਨਿਆਦ। ਮੈਂ ਬਾਲ ਬੱਚੇਦਾਰ ਆ, ਮੇਰੀ ਬੇਟੀ ਤੇ ਬੇਟਾ ਲਾਅ ਕਰਦੇ ਆ। ਕਿਸੇ ਦੇ ਉੱਤੇ ਇਸ ਤਰੀਕੇ ਦੇ ਝੂਠੇ ਬਲੇਮ ਲਾ ਦੇਣੇ, ਇਲਜ਼ਾਮ ਲਾ ਦੇਣੇ, ਉਹ ਕਿੰਨੀ ਕੁ ਮਾਨਸਿਕ ਪੀੜਾ ਚੋਂ ਗੁਜ਼ਰਦਾ ਹੋਊਗਾ, ਉਹਦੇ ਉੱਤੇ ਕਿੰਨਾ ਬਰਡਨ, ਕਿੰਨਾ ਤਣਾਅ ਹੋਊਗਾ ਆਪਣੇ ਬੇਟਾ ਬੇਟੀ, ਭਰਜਾਈਆਂ, ਮਾਂ ਭੈਣ ਦੇ ਸਾਹਮਣੇ ਫੇਸ ਕਰਨ ਦਾ ਉਹਨਾਂ ਨੂੰ। ਸੋ ਇਹ ਲੋਕ ਸੋਚਦੇ ਆ ਕਿ ਇਸ ਤਰੀਕੇ ਅਸੀਂ ਡਿਸਹਰਟਡ ਕਰਕੇ, ਇਹਨਾਂ ਦਾ ਹੌਸਲਾ ਤੋੜ ਕੇ ਇਹ ਆਊਟ ਹੋ ਜਾਣ, ਆਪਣੇ ਮਿਸ਼ਨ ਤੋਂ ਭਟਕ ਜਾਣ ਤੇ ਅਸੀਂ ਵਿਧਾਨ ਸਭਾ 2022 ਹਜੇ 6-7 ਮਹੀਨੇ ਬਾਕੀ ਆ, ਹੋਰ ਵੀ ਬੜਾ ਕੁਝ ਕਰਨਾ ਇਹਨਾਂ ਨੇ। ਮੈਂ ਤੁਹਾਡੇ ਕੋਲੇ ਇਸ ਕਰਕੇ ਹਾਜ਼ਰ ਹੋਇਆ, ਆ ਮੇਰਾ ਦੋਸਤ ਇੱਥੇ ਐਡਵੋਕੇਟ ਗਿੱਲ ਖੜਾ, ਮਨਵੀਰ ਗਿੱਲ ਵੀ ਤੁਹਾਨੂੰ ਆਪਣੀ ਬਾਈਟ ਦਊਗਾ ਕਿ ਇਹ ਬੰਦਾ ਇਹਨੂੰ ਕਿੰਨੀ ਤਰੀਕ ਨੂੰ ਆਹ ਵਾਲੀ ਚੈਟਿੰਗ ਸੈਂਡ ਕਰਦਾ ਤੇ ਫਿਰ ਇਹਦੇ ਘਰੇ ਜਾਂਦਾ ਤੇ ਘਰ ਜਾ ਕੇ ਇਹਨੂੰ ਕੀ ਕਹਿੰਦਾ ਇਹ ਵੀ ਤੁਹਾਨੂੰ ਦੱਸੂਗਾ। ਤੇ ਅੱਜ ਜਿਹੜੀ ਚੈਟਿੰਗ ਤੁਹਾਡੇ ਨਾਲ ਸਨੀ ਨੇ ਕੀਤੀ ਆ, ਤੁਸੀਂ ਨਹੀਂ ਕੀਤੀ। ਸਨੀ ਨੇ ਚੈਟਿੰਗ ਤਿਆਰ ਐਪ ਹੈਗੀ ਆ, ਉਸ ਐਪ ਦੇ ਜ਼ਰੀਏ ਤੁਹਾਡੀ ਚੈਟਿੰਗ, ਤੁਹਾਡੀਆਂ WhatsApp ਕਾਲ ਦਾ ਰਿਕਾਰਡ ਇਹ ਤੁਹਾਨੂੰ ਸਨੀ ਦੱਸੂਗਾ। ਸੋ ਮੇਰੀ ਨੰਬਰ 1 ਤੁਹਾਨੂੰ ਸਾਰਿਆਂ ਨੂੰ ਸਿਮਰ ਬੇਨਤੀ ਹੈ, ਮੇਰੇ ਕੋਲੋਂ ਕੋਈ ਤੁਸੀਂ ਸਵਾਲ ਕਰਨਾ, ਕਾਈਂਡਲੀ ਖੁੱਲ ਕੇ ਸਵਾਲਾਤ ਕਰੋ ਤਾਂ ਜੋ ਦੁਨੀਆ ਦੇ ਸਾਹਮਣੇ ਮੈਨੂੰ ਪੂਰੇ ਵਰਲਡ ਦੇ ਵਿੱਚ ਬੈਠੇ ਪੰਜਾਬੀ ਲੋਕ ਦੁਆਵਾਂ ਦਿੰਦੇ ਆ, ਪਿਆਰ ਕਰਦੇ ਆ ਦੋਸਤੋ। ਉਹ ਸਿਰਫ ਤੇ ਸਿਰਫ ਕਰਮ ਦੀ ਬਦੌਲਤ ਆ ਜਿਹੜਾ ਮੈਂ ਕੰਡਿਆਂ ਦੀ ਸੇਜ ਤੇ ਬਹਿ ਕੇ, ਕੰਡਿਆਂ ਦੀ ਸੇਜ ਤੇ ਲੰਮੇ ਪੈ ਕੇ, ਥਾਣੇ ਦੀਆਂ ਹਵਾਲਾਤਾਂ ਦੇ ਵਿੱਚ ਗੰਦੀਆਂ ਦਰੀਆਂ ਦੇ ਉੱਤੇ ਰਾਤਾਂ ਕੱਟ ਕੇ ਮੈਂ ਪੰਜਾਬ ਦੀ ਸੇਵਾ ਕੀਤੀ ਹੈ। ਇਹ ਲੋਕ ਸੋਚਦੇ ਆ ਕਿ ਇਹਦੀ ਸੇਵਾ ਨੂੰ ਸਪੋਇਲ ਕਿਵੇਂ ਕਰਨਾ, ਇਹ ਸੋਚਦੇ ਆ ਕਿ ਸੇਵਾ ਦੇ ਉੱਤੇ ਗੰਦਗੀ ਦੇ ਟੋਕਰੇ ਕਿਵੇਂ ਸਿੱਟਣੇ ਆ ਤੇ ਇਹਦਾ ਮਨੋਬਲ ਕਿਵੇਂ ਤੋੜਨਾ। ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ ਜਿਉਂ-ਜਿਉਂ ਮਨੂੰ ਵੜਦਾ ਅਸੀਂ ਤੂਣ ਸਵਾਏ ਹੋਏ। ਮੈਂ ਬੇਨਤੀ ਕੀਤੀ ਆ ਕਿ ਮੈਂ ਬਿਜਲੀ ਚੋਰ, ਮੈਂ ਟੈਸਟ ਚੋਰ ਕਰਨ ਵਾਲਾ, ਚੋਰੀ ਕਰਨ ਵਾਲਾ,
ਮੈਂ ਜ਼ਮੀਨਾਂ ਜਾਇਦਾਦਾਂ ਦੱਬਣ ਵਾਲਾ ਤੁਸੀਂ ਸਾਰੇ ਸਾਹਮਣੇ ਹੋ, ਕਿੱਡੇ ਕਿੱਡੇ ਡੰਬਰ ਕੀਤੇ ਗਏ ਕਿ ਇਹਨੇ ਫਲਾਣੇ ਦੀ ਜ਼ਮੀਨ ਤੇ ਕਬਜ਼ਾ ਕੀਤਾ। ਮੈਂ ਚਿੱਟਾ ਵੇਚਣ ਵਾਲਾ, ਕਿਹੜੇ ਤਰੀਕੇ ਦੇ ਨਾਲ ਮੇਰੀ ਕੋਠੀ ਘੇਰਨ ਜਾਂਦੇ ਸੀ ਕਿ ਬੈਂਸ ਚਿੱਟਾ ਵੇਚਣ ਵਾਲਿਆਂ ਦਾ ਕਿੰਗ ਪਿਨ ਆ, ਤੇ ਹੁਣ ਮੈਂ ਰੇਪਿਸਟ, ਹੁਣ ਮੈਂ ਬਲਾਤਕਾਰੀ ਮੈਨੂੰ ਬਣਾਉਣ ਦਾ ਯਤਨ। ਸੋ ਮੈਂ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਸਵਾਲਾਤ ਕਰੋ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਦੀ ਚੈਰੀ 'ਚ ਜ਼ਰੂਰ ਜਾਵੇ। ਤੇ ਮੈਂ ਫੇਰ ਤੁਹਾਨੂੰ ਇਹ ਗੱਲ ਦਾਅਵੇ ਤੇ ਪੂਰਨ ਵਿਸ਼ਵਾਸ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਨੂੰ ਇਹ ਗੱਲ ਕਹਿਣਾ ਕਿ ਇੱਕ ਦਿਨ ਆਊਗਾ ਜਿੱਦਣ ਇਹਨਾਂ ਚੱਲੇ ਹੋਏ ਦੋਨੋਂ ਪਾਰਟੀਆਂ ਦੇ ਲੀਡਰ ਦਾ ਮਨੋਰਥ ਖਤਮ ਹੋ ਗਿਆ। ਉਦੋਂ ਸਤਿਕਾਰਯੋਗ ਬੀਬੀਆਂ ਤੁਹਾਡੇ ਕੋਲੇ ਆ ਕੇ ਸੱਚਾਈ ਲਾਜ਼ਮੀ ਬਿਆਨ ਕਰਨਗੀਆਂ ਕਿ ਅਸਲ ਬਿਹਾਈਂਡ ਦਾ ਕਰਟਨ ਸੱਚਾਈ ਕੀ ਹੈ ਤੇ ਕਿਹੜੇ ਕਿਹੜੇ ਲੋਕ ਸੀਗੇ। ਦੱਸੀਏ ਕਿ ਇਸ ਤੋਂ ਪਹਿਲਾਂ ਵੀ ਇੱਕ ਔਰਤ ਵੱਲੋਂ ਸਿਮਰਜੀਤ ਸਿੰਘ ਬੈਂਸ ਉੱਪਰ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਸੀ। ਔਰਤ ਦਾ ਇਲਜ਼ਾਮ ਸੀ ਕਿ ਬੈਂਸ ਵੱਲੋਂ ਡਰਾ ਧਮਕਾ ਕੇ ਉਸ ਨਾਲ 12 ਤੋਂ 13 ਵਾਰੀ ਬਲਾਤਕਾਰ ਕੀਤਾ ਗਿਆ। ਮਾਮਲਾ ਹਾਈ ਕੋਰਟ ਤੱਕ ਜਾ ਪਹੁੰਚਿਆ ਸੀ, ਪਰ ਇਸ ਦੇ ਬਾਵਜੂਦ ਵੀ ਬੈਂਸ ਖਿਲਾਫ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਸੀ। ਹੁਣ ਵੋਟਾਂ ਨੇੜੇ ਆਉਂਦਿਆਂ ਹੀ ਨਵੇਂ ਮਸਲੇ ਨੇ ਜਨਮ ਲੈ ਲਿਆ। ਹੁਣ ਦੇਖਣਾ ਹੀ ਹੈ ਕਿ ਇਸ ਪੂਰੇ ਮਾਮਲੇ ਵਿੱਚੋਂ ਕੀ ਨਿਕਲਦਾ ਹੈ, ਕਿ ਇਲਜ਼ਾਮ ਸੱਚੇ ਨੇ ਜਾਂ ਫਿਰ ਇਹ ਮਹਿਜ ਇੱਕ ਸਿਆਸੀ ਸਟੰਟ ਹੈ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।